ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਸ਼੍ਰੋਮਣੀ ਅਕਾਲੀ ਦਲ 102 ਸਾਲ ਤੋਂ ਵੀ ਪੁਰਾਣੀ ਉਹ ਪਾਰਟੀ ਜਿਹਦਾ ਪੁਰਾਣਾ ਇਤਿਹਾਸ ਬਹੁਤ ਮਾਣ ਵਾਲਾ, ਕਿਸ ਤਰ੍ਹਾਂ ਇਹਨਾਂ ਨੇ ਐਮਰਜੈਂਸੀ ਦੇ ਵਿੱਚ ਜੇਲ੍ਹਾਂ ਕੱਟੀਆਂ, ਉਹਦੀ ਲੜਾਈ ਲੜੀ, ਔਰ ਇਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਫੈਡਰਲ ਢਾਂਚੇ ਨੂੰ ਲੈ ਕੇ ਲੜਾਈਆਂ ਲੜੀਆਂ ਕਿ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ, ਇਹਨੂੰ ਕੌਣ ਭੁਲਾ ਸਕਦਾ। ਪਰ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਨਾ ਤਾਂ ਕੋਈ ਦਸ਼ਾ ਤੇ ਨਾ ਦਿਸ਼ਾ। ਇਹ ਗੱਲ ਇੱਥੋਂ ਪਤਾ ਲੱਗਦੀ ਆ ਕਿ ਇਹ ਕਹਿੰਦੇ ਕਿ ਅਸੀਂ ਪਾਰਲੀਮੈਂਟ ਦਾ ਉਦਘਾਟਨ ਜਿਹੜਾ 28 ਮਈ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਨੇ, ਕਹਿੰਦੇ ਅਸੀਂ ਤਾਂ ਉੱਥੇ ਜਾਵਾਂਗੇ। ਤੇ ਇਹਨਾਂ ਨੂੰ ਪੁੱਛਿਆ ਗਿਆ ਕਿਉਂ ਜਾਓਗੇ, ਤੇ ਇਹ ਕਹਿੰਦੇ ਪਾਰਲੀਮੈਂਟ ਇਜ਼ ਅ ਮੈਟਰ ਆਫ ਪ੍ਰਾਈਡ। ਨੋ ਡਾਊਟ ਪਾਰਲੀਮੈਂਟ ਮਾਣ ਵਾਲੀ ਗੱਲ ਆ, ਲੋਕਤੰਤਰ ਦਾ ਉਹ ਮੰਦਰ ਆ, ਪਰ ਇਸ ਪਾਰਲੀਮੈਂਟ ਦੇ ਜਿਹੜੇ ਹੈੱਡ ਨੇ ਉਹ ਤਾਂ ਰਾਸ਼ਟਰਪਤੀ ਹੁੰਦੇ ਨੇ, ਪ੍ਰੈਜ਼ੀਡੈਂਟ ਹੁੰਦੇ ਨੇ, ਦ੍ਰੋਪਦੀ ਮੁਰਮੂ ਆ, ਜਿਨ੍ਹਾਂ ਲਈ ਤੁਸੀਂ ਸੰਨ 2022 ਦੇ ਵਿੱਚ ਜੁਲਾਈ ਦੇ ਮਹੀਨੇ ਦੇ ਵਿੱਚ ਫੁੱਲ ਲੈ ਕੇ ਗਏ ਸੀ। ਸੁਖਬੀਰ ਸਿੰਘ ਬਾਦਲ ਬੁਕੇ ਲੈ ਕੇ ਗਏ ਸੀ ਔਰ ਕਿਹਾ ਸੀ ਕਿ ਇਹ ਇੱਕ ਬਹੁਤ ਗਰੀਬ ਤਬਕੇ ਤੋਂ ਆਉਂਦੇ ਨੇ, ਆਦੀਵਾਸੀ ਤਬਕੇ ਤੋਂ ਆਉਂਦੇ ਨੇ, ਤੇ ਅਸੀਂ ਇਹਨਾਂ ਦਾ ਸਮਰਥਨ ਕਰਨਾ। ਤੇ ਇਹਨਾਂ ਨੂੰ ਤਾਂ ਇਸ ਉਦਘਾਟਨ ਸਮਾਰੋਹ ਤੇ ਬੁਲਾਇਆ ਵੀ ਨਹੀਂ ਗਿਆ, ਤੁਸੀਂ ਫੇਰ ਚੱਲੇ ਹੋ। ਸਾਕਸ਼ੀ ਮਲਿਕ ਉਹ ਰੈਸਲਰ ਆ ਜਿਸ ਨੇ ਓਲੰਪਿਕਸ ਦੇ ਵਿੱਚੋਂ ਰੀਓ ਡੀ ਜਨੇਰੀਓ ਦੇ ਵਿੱਚ ਬ੍ਰਾਜ਼ੀਲ ਤੋਂ ਮੈਡਲ ਲੈ ਕੇ ਆਉਂਦੇ ਸੀ, ਭਾਰਤ ਦਾ ਨਾਂ ਰੌਸ਼ਨ ਕੀਤਾ ਸੀ, ਸਿਰ ਉੱਚਾ ਕੀਤਾ ਸੀ। ਅੱਜ ਕੱਲ੍ਹ ਉਹ ਲੜਾਈ ਲੜ ਰਹੇ ਨੇ, ਪਰ ਬੀਤੇ ਕੱਲ੍ਹ ਬੁੱਧਵਾਰ ਨੂੰ ਉਹ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਗਏ। ਨਾਲ ਉਹਨਾਂ ਦੇ ਪਤੀ ਸੀ ਸਤਿਆਵਰਤ ਮਲਿਕ, ਉਹ ਵੀ ਖੈਰ ਰੈਸਲਰ ਨੇ। ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਅਪੀਲ ਕਰਦੇ ਨੇ, ਕਹਿੰਦੇ ਸਾਡੀ ਮਦਦ ਕਰੋ ਤਾਂ ਕਿ ਜਿਹੜੀ ਅਸੀਂ ਮਹਿਲਾ ਮਹਾਪੰਚਾਇਤ 28 ਮਈ ਨੂੰ ਜਿਸ ਦਿਨ ਪਾਰਲੀਮੈਂਟ ਦਾ ਉਦਘਾਟਨ ਹੋਣਾ, ਉਸ ਦਿਨ ਅਸੀਂ ਪਾਰਲੀਮੈਂਟ ਘੇਰਨੀ ਹੈ, ਕਿਉਂਕਿ ਸਾਡੀ ਤਾਂ ਗੱਲ ਕੋਈ ਸੁਣ ਹੀ ਨਹੀਂ ਰਿਹਾ। 1 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਸਾਨੂੰ ਜੰਤਰ ਮੰਤਰ 'ਚ ਬੈਠਿਆਂ ਨੂੰ, ਪਰ ਅੱਜ ਵੀ ਸਥਿਤੀ ਉਸੇ ਤਰ੍ਹਾਂ, ਕਿਉਂਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸਿਵਾਏ FIR ਦਰਜ ਹੋਣ ਤੋਂ। ਤੇ ਪੰਜਾਬ ਆਉਂਦੇ ਆ, ਦੇਖੋ ਪੰਜਾਬ ਦੇ ਵਿੱਚ ਕੁੜੀਆਂ ਨੂੰ ਲੈ ਕੇ ਹਮੇਸ਼ਾ ਹੀ ਖਾਸ ਤੌਰ ਤੇ ਕਈ ਤਰ੍ਹਾਂ ਦੇ ਖਦਸ਼ੇ ਬਣੇ ਰਹਿੰਦੇ ਨੇ। ਕਦੇ ਭਰੂਣ ਹੱਤਿਆ ਦੀ ਗੱਲ ਹੁੰਦੀ ਹੈ, ਔਰ ਅੱਜ ਵੀ ਪੰਜਾਬ ਨੂੰ ਇਸ ਗੱਲ ਦਾ ਬਹੁਤ ਕੋਈ ਮਾਣ ਨਹੀਂ ਹੋਣਾ ਚਾਹੀਦਾ। 1000 ਬੰਦੇ ਪਿੱਛੇ, ਯਾਨੀ ਕਿ ਮਰਦਾਂ ਪਿੱਛੇ, ਮੇਲਸ ਪਿੱਛੇ ਅੱਜ ਵੀ ਪੰਜਾਬ ਦੇ ਵਿੱਚ 895 ਫੀਮੇਲਸ ਨੇ, ਯਾਨੀ ਕਿ ਕੁੜੀਆਂ ਨੇ, ਔਰ ਨੈਸ਼ਨਲ ਐਵਰੇਜ ਤੋਂ ਅਸੀਂ ਪਿੱਛੇ ਆ, ਕਿਉਂਕਿ ਨੈਸ਼ਨਲ ਐਵਰੇਜ 940 ਆ। ਪਰ ਗੱਲ ਤੁਹਾਨੂੰ ਮੈਂ ਇਹ ਨਹੀਂ ਦੱਸਣੀ, ਇੱਕ ਗੱਲ ਹੋਰ ਵੀ ਦੱਸਣੀ ਆ ਕਿ ਇੱਥੇ ਅੱਜ ਵੀ ਆਨਰ ਕਿਲਿੰਗ ਦਾ, ਜੇ ਕੋਈ ਮੁੰਡਾ ਕੁੜੀ ਪਿਆਰ ਕਰਦੇ ਆ ਉਹਨੂੰ ਮਾਰ ਕੇ ਆਪਣੇ ਆਪ ਨੂੰ ਇਹ ਮਾਣ ਦੀ ਗੱਲ ਮਹਿਸੂਸ ਕਰਦੇ ਨੇ, ਜਿਸ ਨੂੰ ਆਨਰ ਕਿਲਿੰਗ ਕਹਿੰਦੇ ਆ। ਤੇ ਉਹਦੇ ਵਿੱਚ ਆਨਰ ਪਤਾ ਨਹੀਂ ਕੀ ਆ। ਪਰ ਗੱਲ ਫੇਰ ਮੈਂ ਤੁਹਾਨੂੰ ਇਹ ਨਹੀਂ ਦੱਸਣੀ, ਗੱਲ ਮੈਂ ਇਹ ਦੱਸਣੀ ਆ ਜਦੋਂ ਸਿਲਵਰ ਲਾਈਨਿੰਗ ਹੁੰਦੀ ਹੈ, ਜਦੋਂ ਕੁਝ ਕੁੜੀਆਂ 12ਵੀਂ ਕਲਾਸ ਦੀ ਉਸ ਪ੍ਰੀਖਿਆ ਦੇ ਵਿੱਚੋਂ, ਉਸ ਐਗਜ਼ਾਮ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਆਉਂਦੀਆਂ ਨੇ, ਔਰ ਆਮ ਜੇ ਘਰਾਂ ਦੀਆਂ ਕੁੜੀਆਂ ਜਿਹੜੀਆਂ ਇਕੱਲੀਆਂ ਪੜ੍ਹਾਕੂ ਨਹੀਂ ਆ, ਜਿਹੜੀਆਂ ਕਿਕ ਬਾਕਸਿੰਗ ਵੀ ਕਰਦੀਆਂ ਨੇ, ਜਿਹੜੀਆਂ ਕਰਾਟੇ ਵੀ ਕਰਦੀਆਂ ਨੇ, ਮਾਰਸ਼ਲ ਆਰਟਸ ਕਰਦੀਆਂ ਨੇ, ਟਾਈਕਵਾਂਡੋ ਕਰਦੀਆਂ ਨੇ, ਬੈਡਮਿੰਟਨ ਖੇਡਦੀਆਂ ਨੇ, ਉਹ ਕੁੜੀਆਂ ਜਦੋਂ 100% ਮਾਰਕਸ ਲੈ ਕੇ ਆਉਂਦੀਆਂ ਤੇ ਵਧੀਆ ਨਾਂ ਰੌਸ਼ਨ ਕਰਦੀਆਂ, ਜਿਨ੍ਹਾਂ ਕੋਲੇ ਪੂਰੀਆਂ ਸੁਵਿਧਾਵਾਂ ਵੀ ਨਹੀਂ ਆ, ਟਿਊਸ਼ਨ ਤੱਕ ਨਹੀਂ ਪੜ੍ਹਦੀਆਂ, ਤੇ ਫਿਰ ਮੈਨੂੰ ਲੱਗਦਾ ਕਿ ਸਾਰਾ ਕੁਝ ਅਜੇ ਖਤਮ ਨਹੀਂ ਹੋਇਆ। ਇੱਕ ਸਰਵੇ ਦੀ ਵੀ ਗੱਲ ਕਰਾਂਗੇ। CSDS ਸੈਂਟਰ ਫॉर द ਸਟੱਡੀ ਆਫ ਡਿਵੈਲਪਿੰਗ ਸੁਸਾਇਟੀਜ਼, ਇਸ ਨੇ ਇੱਕ ਸਰਵੇ ਕੀਤਾ, ਔਰ ਸਰਵੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਜੇ ਅੱਜ ਚੋਣਾਂ ਹੋ ਜਾਣ ਤੇ ਭਾਰਤੀ ਜਨਤਾ ਪਾਰਟੀ ਨੂੰ 37 ਤੋਂ ਹੋ ਸਕਦਾ 39% ਵੋਟਾਂ ਮਿਲ ਜਾਣ, 2% ਉਹਨਾਂ ਦੀਆਂ ਵੋਟਾਂ ਸੰਨ 2019 ਤੋਂ ਵੱਧ ਜਾਣ। ਪਰ ਨਾਲ ਹੀ ਕਾਂਗਰਸ ਦੀਆਂ 10% ਵੋਟਾਂ ਵੱਧ ਰਹੀਆਂ ਨੇ। ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ, ਕਹਿੰਦੇ ਨਰਿੰਦਰ ਮੋਦੀ ਦੀ ਜਿਹੜੀ ਪੋਪੂਲੈਰਿਟੀ ਆ ਉਹ 1% ਘਟੀ ਆ, ਤੇ ਰਾਹੁਲ ਗਾਂਧੀ ਦੀ ਪੋਪੂਲੈਰਿਟੀ 4% ਵੱਧ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫੁੱਲ ਲੈ ਕੇ ਜਾਂਦੇ ਨੇ, ਗੁਲਦਸਤੇ ਲੈ ਕੇ ਜਾਂਦੇ ਨੇ। ਲੈ ਕੇ ਕਿਸ ਵਾਸਤੇ ਜਾਂਦੇ ਨੇ? ਜਦੋਂ ਦ੍ਰੋਪਦੀ ਮੁਰਮੂ ਹਜੇ ਪ੍ਰੈਜ਼ੀਡੈਂਟ ਨਹੀਂ ਬਣੇ ਹੁੰਦੇ, ਕੇਵਲ ਉਮੀਦਵਾਰ ਹੁੰਦੇ ਨੇ ਜੁਲਾਈ ਸੰਨ 2022 ਦੇ ਵਿੱਚ, ਤੇ ਇਹਨਾਂ ਦੇ ਨਾਲ ਪ੍ਰੇਮ ਸਿੰਘ ਚੰਦੂਮਾਜਰਾ ਹੁੰਦੇ ਨੇ, ਬਲਵਿੰਦਰ ਸਿੰਘ ਭੂੰਦੜ ਹੁੰਦੇ ਨੇ, ਤੇ ਚਰਨਜੀਤ ਸਿੰਘ ਅਟਵਾਲ। ਵੈਸੇ ਉਹ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਚਲੇ ਗਏ ਨੇ, ਆਪਣੇ ਮੁੰਡੇ ਨੂੰ ਵੀ ਲੈ ਗਏ ਆ, ਤੇ ਉਹਨਾਂ ਦੇ ਮੁੰਡੇ ਦੀ ਇੰਦਰ ਇਕਬਾਲ ਸਿੰਘ ਦੀ ਜਲੰਧਰ ਚੋਣ ਦੇ ਵਿੱਚ ਜ਼ਮਾਨਤ ਵੀ ਜ਼ਬਤ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ। ਖੈਰ ਇਹ ਆਪਣਾ ਵਿਸ਼ਾ ਨਹੀਂ ਹੈ। ਵਿਸ਼ਾ ਇਹ ਆ ਕਿ ਇਹ ਜਦੋਂ ਫੁੱਲ ਲੈ ਕੇ ਪਹੁੰਚਦੇ ਨੇ ਤੇ ਬੜੇ ਖੁਸ਼ ਹੁੰਦੇ ਨੇ, ਕਹਿੰਦੇ ਦੇਖੋ ਅਸੀਂ ਬਿਨਾਂ ਸ਼ਰਤ, ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਨੇ,
ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਬਿਨਾਂ ਸ਼ਰਤ ਦ੍ਰੋਪਦੀ ਮੁਰਮੂ ਨੂੰ ਅਸੀਂ ਹਮਾਇਤ ਕਰਾਂਗੇ, ਉਹਨਾਂ ਦਾ ਸਮਰਥਨ ਕਰਾਂਗੇ, ਕਿਉਂਕਿ ਉਹ ਇੱਕ ਆਦੀਵਾਸੀ ਤਬਕੇ ਤੋਂ ਆਉਂਦੀ ਆ, ਬਹੁਤ ਇੱਕ ਗਰੀਬ ਪਰਿਵਾਰ ਤੋਂ ਆਉਂਦੀ ਆ, ਗਰੀਬ ਤਬਕੇ ਤੋਂ ਆਉਂਦੀ ਆ, ਔਰ ਜਿਹੜੇ ਪ੍ਰਤਾੜਿਤ ਹੁੰਦੇ ਆ, ਵਿਕਟਮਾਈਜ਼ ਹੁੰਦੇ ਆ, ਅਸੀਂ ਉਹਨਾਂ ਦੀ ਮਦਦ ਕਰਾਂਗੇ। ਇਹ ਗੱਲਾਂ ਕਹਿ ਕੇ ਫੁੱਲ ਦੇ ਕੇ ਉਹਨਾਂ ਦਾ ਸਮਰਥਨ ਕਰਦੇ ਨੇ। ਖੈਰ ਬਾਅਦ ਦੇ ਵਿੱਚ ਉਹ ਰਾਸ਼ਟਰਪਤੀ ਬਣ ਜਾਂਦੇ ਨੇ, ਪਰ ਜਦੋਂ ਹੁਣ ਦੇਖਦੇ ਆ ਦੁਬਾਰਾ ਉਸੇ ਰਾਸ਼ਟਰਪਤੀ ਨੂੰ ਪਾਰਲੀਮੈਂਟ ਦੇ ਉਦਘਾਟਨ ਤੇ ਬੁਲਾਇਆ ਨਹੀਂ ਜਾਂਦਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਚੁੱਪ ਹੀ ਕਰ ਰਹਿੰਦਾ, ਬੋਲਦਾ ਤੱਕ ਨਹੀਂ। ਫਿਰ ਇਹਨਾਂ ਨੂੰ ਪਾਰਲੀਮੈਂਟ ਕਹਿੰਦੇ ਆ ਕਿ ਸਾਨੂੰ ਤਾਂ ਉਸ ਤੇ ਬੜਾ ਗੌਰਵ ਆ। ਉਹ ਕਿਹੜਾ ਪਾਰਲੀਮੈਂਟ ਆ, ਉਹ ਕਿਹੜਾ ਗੌਰਵ ਆ ਜਿੱਥੇ ਉੱਥੋਂ ਦੇ ਰਾਸ਼ਟਰਪਤੀ ਜਿਹੜਾ ਹੈੱਡ ਹੁੰਦਾ ਉਸ ਪਾਰਲੀਮੈਂਟ ਦਾ, ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ, ਸੰਵਿਧਾਨ ਕਹਿੰਦਾ ਸਾਡਾ, ਉਸ ਨੂੰ ਬੁਲਾਇਆ ਵੀ ਨਹੀਂ ਜਾਂਦਾ ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕੋਈ ਗੱਲ ਨਹੀਂ, ਇਸ ਗੱਲ ਦੀ ਉਹ ਪਰਵਾਹ ਵੀ ਨਹੀਂ ਕਰਦਾ। ਤੇ ਤੁਸੀਂ ਕਦੇ ਸੰਵਿਧਾਨ ਹੀ ਪੜ੍ਹ ਲਓ, ਆਰਟੀਕਲ 79 ਪੜ੍ਹ ਲਓ, ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਗੱਲ ਕਹਿ ਰਿਹਾ, ਤੇ ਫਿਰ ਤੁਹਾਨੂੰ ਪਤਾ ਲੱਗ ਜਾਏ ਕਿ ਕਿੰਨੀ ਕੁ ਅਹਿਮੀਅਤ ਆ। ਔਰ ਇਹ ਪਹਿਲੀ ਵਾਰੀ ਤਾਂ ਹੋਇਆ ਨਹੀਂ, ਰਾਮਨਾਥ ਕੋਵਿੰਦ ਜਿਹੜੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਸੀ, ਉਹਨਾਂ ਨੂੰ ਵੀ ਜਦੋਂ ਨੈਸ਼ਨਲ ਵਾਰ ਮੈਮੋਰੀਅਲ ਸਨ 2019 ਦੇ ਵਿੱਚ ਉਹਦਾ ਉਦਘਾਟਨ ਹੋਇਆ, ਉੱਥੇ ਉਹਨਾਂ ਨੂੰ ਵੀ ਨਹੀਂ ਬੁਲਾਇਆ ਗਿਆ। ਔਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹ ਸੁਪਰੀਮ ਕਮਾਂਡਰ ਹੁੰਦੇ ਨੇ ਪੂਰੀਆਂ ਆਰਮਡ ਫੋਰਸਿਸ ਦੇ, ਡਿਫੈਂਸ ਫੋਰਸਿਸ ਦੇ, ਚਾਹੇ ਉਹ ਆਰਮੀ ਹੋਵੇ, ਨੇਵੀ ਹੋਵੇ, 에ਅਰ ਫੋਰਸ ਹੋਵੇ ਜਾਂ ਕੋਸਟ ਗਾਰਡ ਹੋਵੇ, ਇਹ ਸਾਰੇ ਹੀ ਉਹਨਾਂ ਦੇ ਅਧੀਨ ਆਉਂਦੇ ਨੇ। ਉਹਨਾਂ ਨੂੰ ਬੁਲਾਇਆ ਨਹੀਂ ਗਿਆ, ਪਰ ਤੁਹਾਨੂੰ ਹੋ ਸਕਦਾ ਇਸ ਗੱਲ ਦੀ ਕੋਈ ਪਰਵਾਹ ਨਾ ਹੋਵੇ। ਇਸ ਕਰਕੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਸਿਰਫ ਮਾਣ ਆ, ਆਪੋਜੀਸ਼ਨ ਪਾਰਟੀਆਂ ਦੇ ਨਾਲ ਨਹੀਂ ਅਸੀਂ ਜਾਣਾ। ਔਰ ਆਪੋਜੀਸ਼ਨ ਪਾਰਟੀਆਂ ਤੋਂ ਤੁਹਾਨੂੰ ਕੀ ਪਰਹੇਜ਼ ਆ, ਕਿਉਂਕਿ ਆਮ ਆਦਮੀ ਪਾਰਟੀ ਬਾਈਕਾਟ ਕਰ ਰਹੀ ਹੈ ਜਾਂ ਕਾਂਗਰਸ ਪਾਰਟੀ ਬਾਈਕਾਟ ਕਰ ਰਹੀ ਹੈ, ਇਸ ਕਰਕੇ ਤੁਸੀਂ ਬਾਈਕਾਟ ਕਰਨਾ ਚਾਹੁੰਦੇ ਹੋ। ਤੁਹਾਡੀ ਆਪਣੀ ਸੋਚ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ, ਤੁਸੀਂ ਆਪਣੀ ਕੀ ਆਈਡੀਓਲੋਜੀ ਲੈਣੀ ਹੈ, ਵਿਚਾਰਧਾਰਾ, ਪਰ ਲੱਗਦਾ ਵਿਚਾਰਧਾਰਾ ਤੋਂ ਤੁਸੀਂ ਭੁੱਲ ਹੀ ਗਏ ਹੋ। ਇੱਕ ਚੀਜ਼ ਹੋਰ ਦੇਖੋ, ਜਿਸ ਦਿਨ 28 ਮਈ ਨੂੰ ਪਾਰਲੀਮੈਂਟ ਦਾ ਉਦਘਾਟਨ ਹੋਣਾ, ਉਸੇ ਦਿਨ ਜਾਣਬੁੱਝ ਕੇ ਇਹ ਦਿਨ ਰੱਖਿਆ ਗਿਆ ਕਿਉਂਕਿ ਵਿਨਾਇਕ ਦਮੋਦਰ ਸਾਵਰਕਰ ਦਾ ਉਸ ਦਿਨ 140ਵਾਂ ਜਨਮ ਦਿਨ ਆ। ਆਪੋਜੀਸ਼ਨ ਪਾਰਟੀਆਂ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਇਸ ਗੱਲ ਦਾ ਵੀ ਵਿਰੋਧ ਕਰ ਰਹੀਆਂ ਨੇ, ਕਹਿੰਦੇ ਤੁਸੀਂ ਉਸ ਦਿਨ ਜਾਣਬੁੱਝ ਕੇ ਰੱਖ ਰਹੇ ਹੋ ਔਰ ਇਹਦੇ ਨਾਲ ਜਿਹੜੇ ਹੋਰ ਫਰੀडम ਫਾਈਟਰਸ ਨੇ ਜਿਨ੍ਹਾਂ ਨੇ ਆਪਣੇ ਬਲੀਦਾਨ ਦਿੱਤੇ ਨੇ, ਸੈਕਰੀਫਾਈਸਿਸ ਕੀਤੀਆਂ ਨੇ, ਉਹਨਾਂ ਲਈ ਇੱਕ ਤਰ੍ਹਾਂ ਦੀ ਤੁਸੀਂ ਇਨਸਲਟ ਕਰ ਰਹੇ ਹੋ। ਕਿਉਂਕਿ ਇਹ ਸਾਵਰਕਰ ਸੀ ਜੋ ਇਹ ਤਾਂ ਮਾਫੀਆ ਮੰਗ ਕੇ ਅੰਡੇਮਾਨ ਨਿਕੋਬਾਰ ਸੈਲੂਲਰ ਜੇਲ੍ਹ ਤੋਂ ਬਾਹਰ ਆਏ ਨੇ, ਇਹ ਤਾਂ ਸਾਰਿਆਂ ਨੂੰ ਪਤਾ, ਇਤਿਹਾਸ ਆ। ਬ੍ਰਿਟਿਸ਼ਰਸ ਤੋਂ ਮਾਫੀਆਂ ਮੰਗੀਆਂ ਤੇ ਜਦੋਂ ਤੁਸੀਂ ਇਹਨਾਂ ਦਾ ਕੰਪੈਰੀਜ਼ਨ ਕਰਦੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ, ਤੇ ਕਹਿੰਦੇ ਉਹਨਾਂ ਨੂੰ ਤਾਂ ਕਈ ਵਾਰੀ ਮੌਕਾ ਮਿਲਿਆ ਸੀ ਪਰ ਉਹਨਾਂ ਨੇ ਕਦੇ ਮਾਫੀ ਨਹੀਂ ਮੰਗੀ, ਇਹ ਗੱਲ ਕਹੀ ਜਾ ਰਹੀ ਆ। ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਇਹ ਇਤਿਹਾਸ ਪਤਾ ਹੋਣਾ ਚਾਹੀਦਾ। ਖੈਰ ਤੁਸੀਂ ਕੀ ਫੈਸਲਾ ਲੈਂਦੇ ਹੋ? ਤੁਹਾਡੇ ਨਾਲ ਦੇ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਉਹਦੇ ਮੈਂਬਰ ਪਾਰਲੀਮੈਂਟ ਨੇ, ਤੀਸਰੀ ਵਾਰੀ MP ਬਣੇ ਨੇ, ਉਹਨਾਂ ਨੇ ਵੀ ਹਜੇ ਫੈਸਲਾ ਲੈਣਾ ਕਿ ਉਹਨਾਂ ਨੇ ਉਦਘਾਟਨ ਤੇ ਜਾਣਾ ਕਿ ਨਹੀਂ ਜਾਣਾ। ਵੈਸੇ ਇਹਨਾਂ ਨੇ ਪਿਛਲੀ ਵਾਰੀ ਸਾਨੂੰ ਹਜੇ ਦੱਸਿਆ ਨਹੀਂ ਸੀ ਕਿ ਇਹਨਾਂ ਨੇ ਕੀ ਦ੍ਰੋਪਦੀ ਮੁਰਮੂ ਨੂੰ ਸਪੋਰਟ ਕੀਤਾ, ਉਦੋਂ ਵੀ ਕਹਿੰਦੇ ਸੀ, ਕਹਿੰਦੇ ਇਹ ਤਾਂ ਮੇਰਾ ਅਧਿਕਾਰ ਆ, ਮੈਂ ਦੱਸਾਂ ਜਾਂ ਨਾ ਦੱਸਾਂ। ਖੈਰ ਸਾਡੀ ਗੱਲ ਅੱਜ ਸਿਮਰਨਜੀਤ ਸਿੰਘ ਮਾਨ ਤੇ ਹੈ ਨਹੀਂ, ਅੱਗੇ ਆਉਂਦੇ ਆ। ਤੁਸੀਂ ਇੱਕ ਚੀਜ਼ ਹੋਰ ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਕਿਵੇਂ ਲਗਾਤਾਰ ਆਪਣੀ ਦਿਸ਼ਾ ਤੋਂ ਭਟਕ ਰਿਹਾ। ਜਿਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਸੀ, ਕਦੇ ਸੈਸ਼ਨ ਨੂੰ ਲੈ ਕੇ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਣਾ ਜਾਂ ਨਹੀਂ ਬੁਲਾਇਆ ਜਾਣਾ, ਵਾਈਸ ਚਾਂਸਲਰਸ ਦੀ ਅਪਾਇੰਟਮੈਂਟ ਨੂੰ ਲੈ ਕੇ, ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਟਵੀਟ ਕੀਤਾ ਜਾਂਦਾ ਸੁਖਬੀਰ ਸਿੰਘ ਬਾਦਲ ਵੱਲੋਂ, ਕਹਿੰਦੇ ਇਹ ਫੈਡਰਲ ਢਾਂਚਾ, ਇਹਦੇ ਵਿੱਚ ਚੁਣੀ ਹੋਈ ਸਰਕਾਰ ਦਾ ਹੱਕ ਆ। ਤੇ ਮੈਨੂੰ ਯਾਦ ਆ ਅਸੀਂ ਉਹਨਾਂ ਦਿਨਾਂ ਦੇ ਵਿੱਚ ਬੜੀ ਤਾਰੀਫ ਕੀਤੀ ਸੀ ਕਿ ਇਹ ਚੰਗੀ ਗੱਲ ਆ, ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਆ ਔਰ ਕਹਿਣੀ ਚਾਹੀਦੀ ਹੈ। ਕਈ ਵਾਰੀ ਤੁਹਾਨੂੰ ਆਪਣੇ ਜਿਹੜੇ ਬਹੁਤ ਛੋਟੇ ਛੋਟੇ ਹਿੱਤ ਆ ਉਹਨਾਂ ਤੋਂ ਉੱਤੇ ਉੱਠ ਕੇ ਇਹ ਰਾਜਨੀਤੀ ਕਰਨੀ ਪੈਂਦੀ ਹੈ, ਸਿਆਸਤ ਕਰਨੀ ਪੈਂਦੀ ਹੈ ਤਾਂ ਕਿ ਤੁਸੀਂ ਸਟੇਟਸਮੈਨ ਬਣੋ। ਬਾਕੀ ਤਾਂ ਵਿਰੋਧ ਤਾਂ ਤੁਸੀਂ ਕਰਨਾ ਹੀ ਹੁੰਦਾ, ਪਰ ਉਸ ਤੋਂ ਬਾਅਦ ਅਗਲੇ ਹੀ ਦਿਨ ਤੁਸੀਂ ਉਹ ਟਵੀਟ ਨੂੰ ਵਾਪਸ ਲੈ ਲੈਂਦੇ ਹੋ। ਕੀ ਕਾਰਨ ਸੀ? ਘੱਟੋ ਘੱਟ ਜੇ ਕੋਈ ਸਟੈਂਡ ਲਿੱਤਾ ਸੀ, ਇਹ ਜਿਹੜਾ ਤੁਸੀਂ ਇੱਕ ਕਦਮ ਅੱਗੇ 2 ਕਦਮ ਪਿੱਛੇ, ਇਸ ਬਾਰੇ ਵੀ ਸੋਚੋ। ਅੱਛਾ ਅੱਗੇ ਆ ਜਾਓ, ਕਿਤੇ ਤੁਹਾਨੂੰ ਇਹ ਤਾਂ ਨਹੀਂ ਫਿਕਰ ਜਿਹੜੀਆਂ ਏਜੰਸੀਜ਼ ਆ, ਚਾਹੇ ਐਨਫੋਰਸਮੈਂਟ ਡਾਇਰੈਕਟਰੇਟ ਆ, ਜਿਵੇਂ ED ਆ, ਇਨਕਮ ਟੈਕਸ ਆ, CBI ਆ ਜਾਂ ਹੋਰ ਏਜੰਸੀਜ਼ ਨੇ, ਇਹਨਾਂ ਕਰਕੇ ਤੁਹਾਨੂੰ ਕਿਤੇ ਕੋਈ ਡਰ ਤਾਂ ਨਹੀਂ ਲੱਗਾ ਹੋਇਆ? ਤੁਸੀਂ ਯਾਦ ਕਰੋ ਜੋ ਸਨ 2021 ਦੇ ਵਿੱਚ ਤੁਹਾਡੇ ਜਿਹੜੇ ਮੌਜੂਦਾ MLA ਨੇ ਮਨਪ੍ਰੀਤ ਸਿੰਘ ਇਆਲੀ, ਉਹਨਾਂ ਦੇ ਘਰ ਤੇ ਦਫ਼ਤਰਾਂ ਦੇ ਵਿੱਚ ਰੇਡ ਕੰਡਕਟ ਹੋਈ ਸੀ IT ਦੀ, ਇਨਕਮ ਟੈਕਸ ਦੀ। ਸ਼ਾਇਦ ਤੁਸੀਂ ਇਸ ਕਰਕੇ ਕਿਉਂਕਿ ਤੁਹਾਡਾ ਉਸ ਤੋਂ ਬਾਅਦ ਕੋਈ ਬਹੁਤ ਜ਼ਿਆਦਾ ਰਿਐਕਸ਼ਨ ਨਹੀਂ ਸੀ ਆਇਆ, ਜਾਂ ਗਲਤ ਹੋ ਰਿਹਾ, ਜਾਂ ਤੁਸੀਂ ਇਹ ਕਹਿੰਦੇ ਕਿ ਦੇਖੋ ਜੀ ਇਹ ਤਾਂ ਸਾਡੇ MLA ਦੇ ਨਾਲ ਧੱਕਾ, ਔਰ ਇਕੱਲੇ ਮਨਪ੍ਰੀਤ ਸਿੰਘ ਇਆਲੀ ਨਾਲ ਨਹੀਂ ਸੀ ਹੋ ਰਿਹਾ,
जुझार ट्रांसपोर्ट ग्रुप वो तुहाडे नाल संबंधित आ, तुहाडे बहुत नेड़े आ। और फास्टवे ग्रुप इस ते भी पहला इनफोर्समेंट डायरैक्टरेट दे ईडी दे ते उस तो बाद आईटी दे छापे पैंदे ने इनकम टैक्स दे। उस विच भी तुसीं कोई बहुत ज़्यादा बोले नहीं, तुसीं तां रिएक्ट ही नहीं कीता, रिस्पॉन्ड ही नहीं कीता। ते इस तो इलावा तुसीं ये भी याद करो कि ईडी ने तो एक जांच शुरू की सी बिक्रम सिंह मजीठिया जिन्हां ते ऑलरेडी एनडीपीएस एक्ट का मामला दर्ज होया होया, एक FIR दर्ज हुई हुई है। किते तुहानूं इस चीज़ का तो नहीं फिक्र, इसका भी अंदाज़ा लाओ अगे होने आ। तुसीं कदों कदों नहीं बोलते तो कदों तुसीं बोलते हो, इन्ना मैटर ऑफ कन्वीनियंस तुहाडे लई नहीं हो सकता। पीटीसी वो चैनल आ जिहदे अधिकार तुहाडे कोल ने, ये भी तुहानूं पता। हुण पीटीसी दीआं कुड़ियां जदों फड़ियां जांदियां ने पीटीसी दे दफ्तर तो, अते उस दौरान जिहड़ी प्रतियोगिता हो रही हुंदी आ मिस पंजाब या मिस पंजाबन या मिस पीटीसी दी, उस तो बाद भी तुहाडा कोई बयान नहीं होंदा। और वो जिहड़ा वारंट ऑफिसर आ वो पंजाब ते हरियाणा हाई कोर्ट के आदेशों ते वो छापा मारदा जदों कुड़ियां रिकवर हुंदियां, उस तो बाद FIR दर्ज हुंदी आ। तुसीं उस ते भी नहीं बोले कि घट्टो घट्ट तुसीं कुड़ियां दे हक 'च तां खड़दे कि इस तरह की गल असीं बर्दाश्त नहीं कर सकते। उदों भी लोगों ने बहुत हैरानी जताई सी कि श्रोमणी अकाली दल तो हमेशा लड़ाकू सी, ये तो लोगों के हितों लई खड़दा सी। अगे आ जाओ, बीबी जकीर कौर तुहाडे नाल रह के 4 वारी श्रोमणी गुरुद्वारा प्रबंधक कमेटी के प्रधान बने ने हो, तो फिर वो दोबारा प्रधान बनना चाहते सी, इलैक्शन कंटैसट करना चाहते सी। तुसीं बगैर दसे उन्हां नूं अपनी पार्टी तो दूर करता। और अजकल तुसीं बड़े स्नेह भेज रहे उन्होंने कि तुसीं दोबारा साडे नाल आ जाओ। घट्टो घट्ट दसो तो सही, रीजन तो दसो किहड़े सलाहकार ने जिहड़े तुहानूं इस तरह दी सलाहां दिंदे ने। खैर उस ते भी आपां गल करांगे। हुण रैसलर्स की गल करते हैं। जंतर मंतर ते रैसलर्स नूं बैठे महीने तो वध दा समा हो गया। मैनूं ये दस्से श्रोमणी अकाली दल कि तुसीं किन्नी क सपोर्ट इन्हां रैसलर्स नूं दित्ती है, किन्नी क तुसीं ये गल कही आ कि बृज भूषण शरण सिंह नूं फड़ के अंदर करना चाहिए, इनू अपने अहुदिਆਂ तो अस्तीफा देना चाहिए। किन्ने क तुहाडे लीडर गए ने जिहड़े उन्हां कुड़ियां दे नाल जाके बैठे ने, उन्हां दे नाल धरना प्रदर्शन किया। वो तो हुण पार्लीमेंट भी घेरन जा रही ने कि तुसीं उत्थे जाओगे, पर तुसीं तां खैर उद्घाटन दे विच शामिल होना। अगली गल आपां फिर करते हैं। सब तो अहम गल तुहाडा उदों पता लगना शुरू हो गया सी श्रोमणी अकाली दल दा जदों धारा 370 खत्म की सी 5 अगस्त सन 2019 नूं पार्लीमेंट दे विच भारतीय जनता पार्टी की सरकार, केंद्र सरकार दी। ते उस दिन मैनूं याद आ विधान सभा दे विच एक प्रैस कॉन्फ्रेंस हुई सी, बिक्रम सिंह मजीठिया ते उन्हां दे नाल परमिंदर सिंह ढींडसा सी। बाद दोपहर प्रैस कॉन्फ्रेंस हुई सी, तुहानूं पुछया भी गया सी कि तुसीं दसो जी इस बारे की कहना। तुसीं एक भी शब्द ही नहीं बोले, बल्कि तुसीं इस ते कोई रिएक्ट ही नहीं किया। और बड़ी हैरानी की गल हुंदी है, वो पार्टी जिहड़ी हमेशा फैडरल ढांचे लई सूबे के वध अधिकारां लई लड़दी रही, वो पार्टी बोले भी ना, चुप ही कर जे। इत्थे कि तुहानूं खतरा सी। तुसीं अपना याद करो जिहड़ा तुहाडा बटाला रेजोल्यूशन सी 1968 का, ते उस तो 5 साल बाद आनंदपुर रेजोल्यूशन, आनंदपुर साहब रेजोल्यूशन, उन्हां मतिਆਂ ਦੇ ਵਿੱਚ क्या की सी? आही तां गल्लां सी। एमरजेंसी ਦੇ ਵਿੱਚ भी तो तुसीं इसे करके लड़ते रहे। पर बार बार तुसीं देखो इन्हां चीज़ां नूं तुसीं हुण दरकिनार करन ते बैठे हो। तुहाडे अपने पार्टी दे चाहे डॉक्टर दलजीत सिंह चीमा होण, चाहे वो हरचरण सिंह बैंस होण, तुहाडे मीडिया एडवाइज़र रहे ने, हुण भी तुहाडे नाल ने, चाहे वो प्रेम सिंह चंदू माजरा होण, ते चाहे वो विरसा सिंह वलटोआ होण, ते चाहे तुहाडे बिक्रम सिंह मजीठिया होण, या होर भी तमाम लीडर आ तुहाडे, सिकंदर सिंह मलूका वो भी तुहाडे काफ़ी करीबी है। कि ये तुहानूं चंगी तरह कोई सलाह नहीं दिंदे कि तुसीं करना की है? बजाए कि तुसीं अपने पैर इत्थे जमाउण दे, तुहाडे पैर उखड़ते जा रहे हैं इस तरह के डिसीजन लै लैके। हुण तुसीं देखो भारतीय जनता पार्टी वाल तुहाडा साफ झुकाव नज़र आउंदा, क्योंकि तुसीं बोलदे नहीं खुल के। और दूसरे पासे चाहे हरदीप सिंह पुरी जिहड़े यूनीयन मिनिस्टर ने, चाहे मनजिंदर सिंह सिरसा ने, ते चाहे इस तरह इकबाल सिंह लालपुरा जिहड़े मिनोरिटी कमिशन के चेयरमैन ने, इन्हां दे जरिए भारतीय जनता पार्टी पंजाब दे विच अपनी राजनीति या सियासत सिद्धन की कोशिश कर रही है। ये वो लीडर ने हरदीप सिंह पुरी, इन्हां नूं तां हरा दिता गया सी, गुरजीत सिंह औजला ने हराता सी उस चोण दे विच सन 2019 दे विच लोक सभा की चोण दे विच हारे हुए नेता है। मनजिंदर सिंह सिरसा अपनी चोण हार गए सी जदों प्रधानगी की चोण उन्हां दी होई सी उत्थे दिल्ली दे विच। ते इसे तरह इकबाल सिंह लालपुरा ये तो पुलिस ऑफिसर रहे ने, ज़्यादातर CID करते हैं, ये भी आपां नूं पता। तो इन्हां दे जरिए तो भारतीय जनता पार्टी अपनी राजनीति साध रही आ। तो ये कहते हैं कि असीं तां कोई कट जोड़ नहीं करना, कदे अपने इशारे दिंदे ने।
पर मैं तुहानूं ये दसदा, एक गल मैं तुहानूं होर भी दसदा, तुसीं खेती कानूनां ते भी इसे तरह का अपना रुख अपनाया सी। ਪਹਿਲਾਂ ਉਹਨਾਂ ਨੂੰ ਇੱਕ ਤਰ੍ਹਾਂ ਪ੍ਰੌੜਤਾ ਦਿੱਤੀ ਸੀ, ਉਹਨਾਂ ਦੀ ਸਪੋਰਟ ਕਰਤੀ ਸੀ। ਬਾਅਦ ਦੇ ਵਿੱਚ ਤੁਹਾਨੂੰ ਜਦੋਂ ਪਤਾ ਲੱਗਾ ਕਿ ਤੁਹਾਡੀ ਜ਼ਮੀਨ ਖਿਸਕਣ ਲੱਗੀ ਹੈ, ਫਟਾਫਟ ਤੁਸੀਂ ਪਹਿਲਾਂ ਤਾਂ ਆਪਣਾ ਸਮਰਥਨ ਵਾਪਸ ਲੈ ਲਿਆ। ਜਦੋਂ ਤੁਹਾਨੂੰ ਕਿਹਾ ਗਿਆ ਕਿ ਤੁਹਾਡੇ ਜਿਹੜੇ ਮੰਤਰੀ ਹਰਸਿਮਰਤ ਕੌਰ ਬਾਦਲ ਉਹ ਵੀ ਰਿਜ਼ਾਈਨ ਕਰਨ ਉਸ ਕੈਬਨਿਟ ਪੋਸਟ ਤੋਂ, ਤਾਂ ਤੁਸੀਂ ਬਾਹਰ ਆਏ ਹੋ, ਤੇ ਫਿਰ ਤੁਹਾਨੂੰ ਪ੍ਰੈਸ਼ਰ ਥੱਲੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਗੱਠਜੋੜ ਵੀ ਤੋੜਨਾ ਪਿਆ। ਇਹ ਹਾਲਾਤ ਬਣ ਗਏ ਨੇ, ਤੁਹਾਨੂੰ ਦੁਬਾਰਾ ਸੋਚਣ ਦੀ ਲੋੜ ਆ। बहुत सारे लोग कहते हैं खेतरी पार्टी होनी चाहिए। उस खेतरी पार्टी का की फायदा जितों के लीडर जोड़े आ वो लोगों बारे नहीं सोचते, उन्होंने सही दिशा नहीं दे सकते, डायरैक्शन नहीं दे सकते, अपने आप को कोई सेध नहीं दे सकते। इस तो चंगा चाहे नैशनल पार्टियां होण, घट्टो घट्ट लीडर इत्थों खेतरी होण तो शायद उही सूबे का कोई सुधार कर सकन। साक्षी मलिक, साक्षी मलिक वो रैसलर आ जिसने भारत का, जिस तरह मैं तुहानूं पहलां भी दस के हटिया, नां रोशन किया, तगमे लैके आई है ओलंपिक्स के विच ब्राज़ील तो। पर इन्हां दिनां दे विच पिछले 1 महीने तो भी वध वो बाकी अपने साथियों के नाल, चाहे बजरंग पूनिया होण, चाहे विनेश फोगाट होण, होर भी तमाम तरह के जिहड़े उन्हां दे साथी ने, रैसलर्स ने, वो ब्रिजभूषण शरण सिंह दी जो सैक्सुअल एक्सप्लॉयटेशन है, जो उन्होंने धक्का किया खिलाड़ियों के नाल, जो उन्होंने खिलाफ FIRs होईयां पर किसी तरह का कोई एक्शन नहीं हो रहा, कोई कार्रवाई नहीं हुई, उस दे खिलाफ लगातार धरने प्रदर्शन कर रहे हैं। तो कल बीते कल की मैं गल कर रहा, बुधवार नूं वो पहुँचते ने तलवंडी साबो दमदमा साहब। उत्थे जाके अकाल तख्त साहब के जथेदार ज्ञानी हरप्रीत सिंह नूं मिलते हैं तो उन्होंने रिक्वेस्ट करते हैं, दरखास्त करते हैं, कहते साडी मदद करो, साडी मदद कोई नहीं कर रहा, तो सानू मदद चाहिए है तुहाडे सिख भाईचारे की, सिख कौम की, ताकि जदों असीं 28 मई नूं पार्लीमेंट हाउस घेरीए, जिसनूं वो महिला महापंचायत कहते हैं, ਉਹਦੇ ਵਿੱਚ ਤੁਹਾਡੇ कौम का या ਤੁਹਾਡੇ सिख भाईचारे का पूरा सानू समर्थन मिले, लोग वध चढ़ के ਉਹਦੇ ਵਿੱਚ हिस्सा लैण। ये गल उन्होंने जाके दरखास्त की और ज्ञानी हरप्रीत सिंह ने भी उन्होंने निराश नहीं किया। ये 32 दिनों से दिल्ली के जंतर मंतर में अपने ऊपर हुए अत्याचारों, जुल्मों की लड़ाई लड़ रहे हैं। ये लड़ाई किसी जाति की नहीं है, किसी धर्म की नहीं है, ये लड़ाई बेटियों की लड़ाई है, क्योंकि बेटियों के साथ हरासमेंट हुई है। अगर ऐसा ही चलता रहा तो कौन अपनी लड़कियों को खेल के क्षेत्र में भेजना चाहेगा? ये भारत सरकार को सोचना चाहिए। इन लड़कियों को न्याय मिलना चाहिए ताकि हमारी लड़कियां, हमारी बेटियां भय मुक्त होकर खेलों में शामिल हो, खेलों में हिस्सा लें और अपना परिवार का, देश का नाम जो है वो रोशन करें। लेकिन विडंबना की बात है कि इतने दिन बीत जाने के बावजूद भारत सरकार ने कुछ भी जो है इन लड़कियों के लिए की बात जो है नहीं की है। जिन्होंने इनके साथ गलत किया उसको अभी तक भी गिरफ्तार नहीं किया गया। ये सबसे बुरी बात है। जैसे उन्होंने 28 को एक प्रोग्राम बनाया है, लड़कियों की, महिलाओं की संसद करने जा रही, तो जो भी प्रोग्राम जो लिखे हैं उसमें ज़्यादा से ज़्यादा शामिल हो। उन्होंने कहा कि तुहानूं हर तरह की मदद असीं देवांगे, बल्कि उन्होंने तो सवाल खड़े किए, कहते मैनूं बड़ी हैरानी हुंदी है कि इस ब्रिजभूषण शरण सिंह नूं अज तक गिरफ्तार क्यों नहीं किया गया, क्यों नहीं उन्होंने फड़िया गया। जिस व्यक्ति के खिलाफ इन्ने संगीन दोष लगे होण वो अज भी खुलेआम फिरदा, उस पर कोई कार्रवाई नहीं हुंदी। कहते इस व्यक्ति के उत्ते तो कार्रवाई बहुत पहला हो जानी चाहिए सी और मैनूं हैरानी आ कि तुहानूं हजे तक किसी तरह का इंसाफ नहीं मिलिया। बड़ा पॉजिटिव मैसेज दिता। तो दूसरे पासे तुसीं देखो ब्रिजभूषण शरण सिंह कहते की है, किस तरह ये लोग तोड़ मड़ोड़ के सारिया चीज़ां पेश करते हैं। ये उही ब्रिजभूषण शरण सिंह है। पहला तो मैं ये दसदा, भारतीय जनता पार्टी के मैंबर पार्लीमेंट तो 6वीं वारी पार्लीमेंट के मैंबर ने, ये कोई पहली बारी नहीं बने। खैर पिछले दिनों के विच इन्हां नूं रैसलिंग फैडरेशन ऑफ इंडिया तो जरूर टैक्नीकली लाता सी, उस ते हुण पूरी तरह दारोमदार नहीं है। पर ये कहंदे की आ, कहंदे देखो जी ये तो हुण रैसल चले गए ने पंजाब नूं किस तरह इन्हां ने जोड़िया। कहंदे उत्थे किसानां नूं, कहंदे किसानां तो ये सपोर्ट मंग रहे ने, किसानां दा समर्थन मंग रहे सी, वो किसान जिन्हां नूं खालिस्तानी सपोर्टर कर रहे सी या जिन्हां दा समर्थन खालिस्तानी कर रहे सी। ये बड़ी हैरानी की गल है। और दूसरी गल,
ਕਹਿੰਦੇ ਇਹ ਜਿਹੜਾ ਸਮਰਥਨ ਸੀ ਇਹਨਾਂ ਨੂੰ ਕੈਨੇਡਾ ਕਰ ਰਿਹਾ ਸੀ, ਔਰ ਕੈਨੇਡਾ ਨੂੰ ਸਪੋਰਟ ਕੌਣ ਕਰ ਰਿਹਾ ਸੀ? ਪਾਕਿਸਤਾਨ ਕਰ ਰਿਹਾ ਸੀ। ਕਿਤੋਂ ਦੀ ਗੱਲ ਕਿਤੇ ਵੀ ਜੋੜ ਦੇਣੀ ਹੈ, ਯਾਨੀ ਕਿ ਜੋ ਕੁਝ ਇਹ ਵਿਅਕਤੀ ਕਹੇਗਾ ਉਹਨੂੰ ਸਾਰੇ ਮੰਨ ਲੈਣਗੇ। ਇਹ ਉਹੀ ਗੱਲ ਹੋਈ ਜਦੋਂ ਕਿਸਾਨਾਂ ਦਾ ਅੰਦੋਲਨ ਹੋ ਰਿਹਾ ਸੀ ਤੇ ਸਾਰੀ ਦੁਨੀਆ, ਖਾਸ ਤੌਰ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਸੀ, ਉਹ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਤਰ੍ਹਾਂ ਕਿਸਾਨਾਂ ਨੂੰ ਖਾਲਿਸਤਾਨ ਖਾਲਿਸਤਾਨ ਪੱਖੀ ਸਾਬਿਤ ਕਰ ਦਈਏ, ਇਹਨਾਂ ਨੂੰ ਖਾਲਿਸਤਾਨ ਦੇ ਸਮਰਥਕ ਸਾਬਿਤ ਕਰ ਦਈਏ, ਪਰ ਉਹ ਹੋ ਨਹੀਂ ਸਕਿਆ। ਨਹੀਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਕਹਿਣਾ ਨਾ ਪੈਂਦਾ ਕਿ ਮੇਰੀ ਤਪੱਸਿਆ ਦੇ ਵਿੱਚ ਹੀ ਸ਼ਾਇਦ ਕੋਈ ਕਮੀ ਰਹਿ ਗਈ ਸੀ, ਇਸ ਕਰਕੇ ਅਸੀਂ ਮਾਫੀ ਮੰਗਦੇ ਹਾਂ ਔਰ ਇਹ ਜਿਹੜੇ ਖੇਤੀ ਕਾਨੂੰਨ ਆ ਇਹ ਅਸੀਂ ਵਾਪਸ ਲੈਂਦੇ ਹਾਂ। ਔਰ ਮੈਨੂੰ ਲੱਗਦਾ ਉਹਨਾਂ ਦੇ ਸਮਰਥਕਾਂ ਨੂੰ ਅੱਜ ਤੱਕ ਵੀ ਪਤਾ ਨਹੀਂ ਲੱਗਾ। ਹੁਣ ਇਹਨਾਂ ਕੁੜੀਆਂ ਨੂੰ ਵੀ, ਤੇ ਜਿੱਦਾਂ ਹੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਜਾਂਦੀਆਂ ਨੇ, ਇਹ ਰੈਸਲਰ ਜਾਂਦੇ ਨੇ, ਆਪਣੇ ਪਤੀ ਦੇ ਨਾਲ ਜਾਂਦੀ ਹੈ, ਨਾਲ ਹੀ ਉਹਨਾਂ ਨੂੰ ਲੱਗਣ ਜਾਂਦਾ ਇਹ ਤਾਂ ਖਾਲਿਸਤਾਨ ਦਾ, ਯਾਨੀ ਕਿ ਪੰਜਾਬ ਨੂੰ ਹੀ ਖਾਲਿਸਤਾਨ ਬਣਾ ਦਿਓ ਤੁਸੀਂ, ਉਹਦਾ ਚਾਹੇ ਮੰਗਣ ਨਾ ਮੰਗਣ। ਜਦੋਂ ਵੀ ਸਮਰਥਨ ਆਉਂਦਾ ਤੁਸੀਂ ਜਿਸ ਤਰ੍ਹਾਂ ਜੋੜਦੇ ਹੋ ਕੈਨੇਡਾ ਦੇ ਨਾਲ, ਪਾਕਿਸਤਾਨ ਦੇ ਨਾਲ, ਹੈਰਾਨੀ ਹੁੰਦੀ ਆ ਕਿ ਤੁਸੀਂ ਇਸ ਤਰ੍ਹਾਂ ਸੋਚਦੇ ਨੇ ਔਰ ਤੁਹਾਡਾ ਜਿਹੜੀ ਸੋਚਣੀ ਆ, ਜਿਹੜੀ ਤੁਹਾਡੀ ਮਾਨਸਿਕਤਾ ਉਹ ਕਿਸ ਤਰ੍ਹਾਂ ਦੀ ਆ। ਬੀਤੇ ਦਿਨ ਹੀ ਜਦੋਂ ਮੈਂ ਇੱਕ ਅਖਬਾਰ ਦੇ ਵਿੱਚ ਖਬਰ ਪੜ੍ਹੀ, ਖਾਸ ਤੌਰ ਤੇ ਠੀਕਰੀ ਵਾਲਾ ਪਿੰਡ ਆ ਇਹ ਬਰਨਾਲੇ ਜ਼ਿਲ੍ਹੇ ਦੇ ਵਿੱਚ, ਉੱਥੇ ਪਤਾ ਲੱਗਾ ਕਿ ਇੱਕ ਮਨਪ੍ਰੀਤ ਕੌਰ ਦੀ ਕੁੜੀ ਜਿਹਦੀ ਉਮਰ ਲਗਭਗ 25 ਸਾਲ ਸੀ ਤੇ ਗੁਰਦੀਪ ਸਿੰਘ 30 ਸਾਲਾਂ ਦਾ ਉਹ ਨੌਜਵਾਨ, ਇਹਨਾਂ ਨੂੰ ਮੌਤ ਦੇ ਘਾਟ ਇਸ ਕਰਕੇ ਉਤਾਰਤਾ, ਕਹਿੰਦੇ ਇਹ ਆਪਸ ਦੇ ਵਿੱਚ ਪਿਆਰ ਕਰਦੇ ਸੀ ਤੇ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀ, ਤੇ ਇਸ ਕਰਕੇ ਕੁੜੀ ਦੇ ਘਰਦਿਆਂ ਨੇ, ਉਸ ਦੇ ਪਿਤਾ ਨੇ ਤੇ ਉਸ ਦੇ ਭਰਾ ਨੇ ਕਥਿਤ ਤੌਰ ਤੇ ਇਹਨਾਂ ਦੋਨਾਂ ਦਾ ਕਤਲ ਕਰਤਾ। ਇਹ ਗੱਲ ਅਖਬਾਰ 'ਚ ਲਿਖੀ ਸੀ, ਆਨਰ ਕਿਲਿੰਗ ਦੇ ਨਾਮ ਤੇ ਇਹ ਗੱਲ ਕਹੀ ਸੀ। ਵੈਸੇ ਤਾਂ ਇਹ ਦੱਸੋ ਕਿ ਇਹਦੇ ਵਿੱਚ ਕਿਹੜਾ ਆਨਰ ਆ? ਕੋਈ ਸਮਾਜ ਦੀ ਜਾਂ ਕਿਸੇ ਵੀ ਭਾਰਤ ਜਾਂ ਈਵਨ ਕਿ ਦੁਨੀਆ ਭਰ ਦੇ ਵਿੱਚ ਕਿਸੇ ਸਮਾਜ ਦੀ ਕੋਈ ਉਦਾਹਰਨ ਇਸ ਤਰ੍ਹਾਂ ਦੀ ਮਿਲਦੀ ਹੈ ਕਿ ਜੇ ਵਿਅਕਤੀ ਕੋਈ ਪਿਆਰ ਕਰੇ ਜਾਂ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹਵੇ ਤੇ ਉਹਨੂੰ ਘਰ ਦੇ ਹੀ ਮਿਲ ਕੇ, ਆਪਣੇ ਹੀ ਘਰ ਦੇ ਉਹਨੂੰ ਮਾਰ ਦੇਣ, ਉਹਨੂੰ ਮੌਤ ਦੇ ਘਾਟ ਉਤਾਰ ਦੇਣ? ਆਪਣੇ ਆਪ ਦੇ ਵਿੱਚ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਕਿਸੇ ਪ੍ਰਿਮਿਟਿਵ ਸੁਸਾਇਟੀ ਦੇ ਵਿੱਚ, ਕਿਸੇ ਉਸ ਸੁਸਾਇਟੀ ਦੇ ਵਿੱਚ, ਏਂਸ਼ੀਅੰਟ ਸਮਾਜ ਦੇ ਵਿੱਚ ਰਹਿੰਦੇ ਹੋਈਏ, ਜਿੱਥੇ ਕੋਈ ਕਾਇਦਾ ਕਾਨੂੰਨ ਨਾ ਹੋਵੇ, ਕਿਸੇ ਤਰ੍ਹਾਂ ਦੀ ਕੋਈ ਪੜ੍ਹਾਈ ਲਿਖਾਈ ਨਾ ਹੋਵੇ, ਕੇਵਲ ਹਨੇਰਾ ਹੀ ਹਨੇਰਾ ਹੋਵੇ, ਉਹ ਵੀ ਸੋਚਣ ਦਾ, ਸੋਚ ਦਾ। ਇਹ ਗੱਲ ਨਜ਼ਰ ਆਉਂਦੀ ਆ। ਤੇ ਇਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਵਿੱਚ ਹਾਲਾਤ ਇਹ ਵੀ ਦੇਖੋ, ਭਰੂਣ ਹੱਤਿਆ ਇੱਥੇ ਹਮੇਸ਼ਾ ਹੀ ਇੱਕ ਸਬਜੈਕਟ ਰਿਹਾ। ਬਹੁਤ ਸਾਰੇ ਸਮਾਜਿਕ ਜਿਹੜੇ ਅਨਸਰ ਸੀ ਉਹਨਾਂ ਨੇ ਇਸ ਉੱਤੇ ਕੰਮ ਵੀ ਕੀਤਾ, ਪਰ ਅੱਜ ਵੀ ਇਹਦੀ ਜਿਹੜੀ ਸੰਖਿਆ ਜਾਂ ਅੰਕੜੇ ਆ, ਜੇ ਮੈਂ ਤੁਹਾਨੂੰ ਅੰਕ ਦੱਸਾਂ, ਅੱਜ ਵੀ 1000 ਮਰਦ ਪਿੱਛੇ, 1000 ਮੇਲ ਪਿੱਛੇ ਪੰਜਾਬ ਦੇ ਵਿੱਚ 895 ਔਰਤਾਂ ਨੇ। ਔਰ ਨੈਸ਼ਨਲ ਐਵਰੇਜ ਤੋਂ ਅਸੀਂ ਕਿੰਨਾ ਘੱਟ ਆ, ਕਿਉਂਕਿ ਜਿਹੜੀ ਨੈਸ਼ਨਲ ਐਵਰੇਜ ਆ ਉਹ 1000 ਪਿੱਛੇ 940 ਕੁੜੀਆਂ ਨੇ, 940 ਔਰਤਾਂ ਨੇ। ਇੰਨਾ ਅਸੀਂ ਅੱਜ ਵੀ ਪਿੱਛੇ ਆ, ਕਿਉਂਕਿ ਲੁਕੇ ਛਿਪੇ, ਅੱਜ ਵੀ ਚੋਰੀ ਛੁਪੇ ਉਹ ਜਿਹੜੇ ਆ ਫੀਮੇਲ ਫੀਟੀਸਾਈਡ ਜਾਂ ਅਲਟਰਾਸਾਊਂਡ ਟੈਸਟ ਹੁੰਦੇ ਨੇ ਔਰ ਲੋਕ ਅਬੋਰਸ਼ਨਸ ਕਰਾਉਂਦੇ ਨੇ। ਇਹ ਵੀ ਮੈਨੂੰ ਲੱਗਦਾ ਕਿਤੇ ਸਿੱਖ ਮਾਨਸਿਕਤਾ ਦਾ ਨਤੀਜਾ। ਖੈਰ ਇਸ ਗੱਲ ਤੇ ਆਵਾਂਗੇ, ਪਰ ਇਹਨਾਂ ਸਾਰੇ ਬੈਕਗਰਾਊਂਡ ਦੇ ਪਿੱਛੇ, ਆਨਰ ਕਿਲਿੰਗਸ ਜਾਂ ਜਿਸ ਤਰ੍ਹਾਂ ਭਰੂਣ ਹੱਤਿਆ ਜਾਂ ਫੀਮੇਲ ਫੀਟੀਸਾਈਡ ਪਿੱਛੇ ਇੱਕ ਸਿਲਵਰ ਲਾਈਨਿੰਗ ਆਉਂਦੀ ਆ। ਮੈਂ ਗੱਲ ਦਰਅਸਲ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਆ, ਤੁਸੀਂ ਅਖਬਾਰਾਂ ਦੇ ਵਿੱਚ ਗੱਲ ਪੜ੍ਹੀ ਵੀ ਹੋਊਗੀ। ਸਰਦੂਲਗੜ੍ਹ ਦੀ ਇੱਕ ਕੁੜੀ ਆ ਸੁਜਾਨ ਕੌਰ, 12ਵੀਂ ਦੇ ਵਿੱਚੋਂ ਇਸ ਨੇ 100 ਚੋਂ 100 ਯਾਨੀ ਕਿ 100% ਨੰਬਰ ਲਿੱਤੇ, 500 ਚੋਂ 500 ਨੰਬਰ ਲਿੱਤਾ। ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਆ। ਕਈ ਵਾਰੀ ਟੀਚਰ ਤੁਸੀਂ ਅੱਧਾ ਨੰਬਰ ਹੀ ਕੱਟ ਲੈਂਦਾ, ਪਰ ਇਸ ਦਾ ਅੱਧਾ ਨੰਬਰ ਵੀ ਨਹੀਂ ਕੱਟਿਆ ਗਿਆ। ਇਹ ਮੈਂ ਗੱਲ ਕਰ ਰਿਹਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ 12ਵੀਂ ਦੇ ਨਤੀਜੇ ਆਏ ਆ ਉਹਨਾਂ ਦੀ ਗੱਲ ਕਰ ਰਿਹਾ। ਔਰ ਦੂਸਰੇ ਨੰਬਰ ਤੇ ਵੀ ਇੱਕ ਕੁੜੀ ਆਉਂਦੀ ਆ, ਸ਼੍ਰੇਆ ਸਿੰਗਲਾ। ਪਹਿਲਾਂ ਮੈਂ ਤੁਹਾਨੂੰ ਸੁਜਾਨ ਕੌਰ ਬਾਰੇ ਦੱਸਦਾ ਕਿ ਇਹ ਇਕੱਲੀ ਪੜ੍ਹਾਕੂ ਨਹੀਂ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਇੱਕ ਬਾਕਸਿੰਗ ਵੀ ਕਰਦੀ ਆ, ਟਾਈਕਵੁੰਡੂ ਵੀ ਕਰਦੀ ਆ, ਮਾਰਸ਼ਲ ਆਰਟਸ ਕਰਦੀ ਆ, तमाम तरह ਦੀ ਇਹ ਚੀਜ਼ਾਂ ਕਰਦੀ ਆ, ਖੇਡਾਂ ਕਰਦੀ ਆ, ਉਸ ਤੋਂ ਬਾਅਦ ਪੜ੍ਹਦੀ ਵੀ ਆ। ਕਈ ਵਾਰੀ ਆਪਾਂ ਨੂੰ ਲੱਗਦਾ ਕਿ ਕੇਵਲ ਕੋਈ ਪੜ੍ਹਾਕੂ ਕੀੜਾ ਹੋਏਗਾ ਜਾਂ ਕੇਵਲ ਜਿਹੜਾ ਪੜ੍ਹਾਕੂ ਸਟੂਡੈਂਟ ਹੋਏਗਾ ਉਹੀ ਇੰਨੇ ਨੰਬਰ ਲਿਆ ਸਕਦਾ, ਔਰ ਇਸ ਨੇ ਮੈਡਲ ਵੀ ਜਿੱਤੇ ਆ। ਦੂਸਰੇ ਨੰਬਰ ਤੇ ਸ਼੍ਰੇਆ ਸਿੰਗਲਾ, ਇਸ ਦੇ ਵੀ 498, ਕੇਵਲ 2 ਨੰਬਰ ਘੱਟ ਆਏ ਆ 500 ਤੋਂ, 498 ਨੰਬਰ ਇਹਨੇ ਲਿੱਤੇ ਨੇ। ਔਰ ਤੁਸੀਂ ਦੇਖੋ ਕਿ ਇਹ ਵੀ ਬੈਡਮਿੰਟਨ ਖੇਡਦੀ ਆ। ਔਰ ਇਹਦੀ ਖਾਸੀਅਤ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਬਚਪਨ ਦੇ ਵਿੱਚ ਇਹਨੂੰ ਸੁਣਦਾ ਨਹੀਂ ਸੀ, ਬੋਲ ਵੀ ਨਹੀਂ ਸੀ ਸਕਦੀ। ਇਹਦੇ ਪਿਤਾ ਨੇ ਦੱਸਿਆ ਕਿ 4 ਸਾਲ ਦੀ ਉਮਰ ਦੇ ਵਿੱਚ ਜਦੋਂ ਅਸੀਂ ਉਹਨੂੰ ਹੀਅਰਿੰਗ ਡਿਵਾਈਸ ਉਹ ਲੈ ਕੇ ਦਿੱਤੀ, ਉਹ ਉਪਕਰਨ ਲੈ ਕੇ ਦਿੱਤਾ ਜਿਹਦੇ ਨਾਲ ਇਹ ਸੁਣ ਸਕੇ, ਫਿਰ ਇਹਨੇ ਬੋਲਣਾ ਸਿੱਖਿਆ। ਤੇ ਇਸ ਕੁੜੀ ਨੇ ਤੁਸੀਂ ਦੇਖੋ ਜਿਹੜਾ ਮਾਰਕਾ ਮਾਰਿਆ, ਔਰ ਬੈਡਮਿੰਟਨ ਦੇ ਵਿੱਚ 골ਡ ਮੈਡਲ ਜਿੱਤੀ ਹੋਈ ਆ। ਇਹ ਵੀ ਇਕੱਲੀ ਪੜ੍ਹਾਕੂ ਨਹੀਂ ਆ।
तीसरी है नवप्रीत कौर 497, केवल 3 मार्क्स या 3 नंबर घट ने ये 500 तो, और ये लुधियाने दी आ। ये भी तुसी देखो ये ਜਿਹੜੇ मार्क इन्हें मारे ने, और ये ਜਿਹੜੀਆਂ ਤਿੰਨਾਂ ਕੁੜੀਆਂ ਨੇ ਪਹਿਲੀਆਂ वैसे 14 पोजीशन ਕੁੜੀਆਂ ਨੂੰ ਮਿਲੀਆਂ, और ये ਤਿੰਨੇ ਕੁੜੀਆਂ ਕੋਲੇ बड़े आम जे घरां ਤੋਂ ਆਉਂਦੀਆਂ ਨੇ, आम जे ਸਕੂਲਾਂ ਦੇ ਵਿੱਚ ਜਾਂਦੀਆਂ। ਕੋਈ ਬਹੁਤ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਵੱਡੇ ਵੱਡੇ ਸਕੂਲਾਂ ਦੇ ਵਿੱਚ ਜਿੱਥੇ ਐਡਮਿਸ਼ਨ ਲਈ ਜਾਂ ਜਿਹੜੀ ਕੈਪੀਟੇਸ਼ਨ ਫੀਸ ਆ ਇੰਨੀ ਜ਼ਿਆਦਾ ਲੱਗਦੀ, ਉੱਥੇ ਨਹੀਂ ਗਈਆਂ ਇਹ। ਆਮ ਜੇ ਸਕੂਲਾਂ ਦੇ ਵਿੱਚ ਜਾ ਕੇ ਇਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਆ, ਔਰ ਇਹਨਾਂ ਨੂੰ ਕਿਸੇ ਹੋਰ ਤਰ੍ਹਾਂ ਦੀ ਕੋਈ ਸਪੈਸ਼ਲ ਫੈਸਿਲਿਟੀਜ਼ ਜਾਂ ਇਹਨਾਂ ਨੂੰ ਇੱਥੋਂ ਤੱਕ ਕਿ ਟਿਊਸ਼ਨਸ ਤੱਕ ਵੀ ਨਹੀਂ ਇਹਨਾਂ ਨੇ ਰੱਖੀਆਂ। ਅਗਲਾ ਇੱਕ ਮੁੰਡਾ ਜ਼ਰੂਰ ਤੁਹਾਨੂੰ ਮੈਂ ਦੱਸ ਦਿੰਦਾ, ਇਹ ਮੈਡੀਕਲ ਸਟਰੀਮ 'ਚੋਂ ਇਹਨੇ ਟੌਪ ਕੀਤਾ। ਇਹਦਾ ਨਾਂ ਹੈ ਨਵਨੀਤ ਸਿੰਘ। ਇਹ ਪਟਿਆਲੇ ਦਾ, ਔਰ ਇਹਦੇ ਜਿਹੜੇ ਫਾਦਰ ਨੇ ਜਾਂ ਪਿਤਾ ਨੇ ਉਹ PRTC ਦੇ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰ ਨੇ, ਤੇ ਇਹਨਾਂ ਦੀ ਜਿਹੜੀ ਮਾਤਾ ਉਹ ਇੱਕ ਟੀਚਰ ਆ। ਇਹ ਅੱਜ ਵੀ ਤੁਸੀਂ ਕਦੇ ਪੁਰਾਣੀਆਂ ਗੱਲਾਂ ਸੁਣਦੇ ਹੋ ਕਿ ਬੜੀ ਦੂਰ ਤੁਰ ਕੇ ਅਸੀਂ ਸਕੂਲ ਜਾਂਦੇ ਹੁੰਦੇ ਸੀ। ਇਹ ਅੱਜ ਵੀ ਪਹਿਲਾਂ ਬੱਸ ਤੇ ਜਾਂਦਾ, ਫਿਰ ਅੱਗੋਂ ਆਟੋ ਰਿਕਸ਼ਾ ਲੈਂਦਾ, ਕੋਈ ਲਗਜ਼ਰੀ ਕਾਰਸ ਤੇ ਨਹੀਂ ਇਹਨੂੰ ਛੱਡਣ ਜਾਂਦਾ। ਲੇਕਿਨ ਪੜ੍ਹਨ ਦਾ ਸ਼ੌਂਕ ਆ, ਪੜ੍ਹਨ ਦਾ ਸ਼ੌਂਕ ਆ। ਦੇ ਹੈਵ ਅ ਫਾਇਰ ਇਨ ਦ ਬੈਲੀ ਕਿ ਅਸੀਂ ਕੁਝ ਕਰਨਾ। ਔਰ ਮੈਂ ਤੁਹਾਨੂੰ ਇੱਕ ਜਿਹੜੀ ਹੋਰ ਗੱਲ ਦੱਸਣੀ ਹੈ, ਇਹਨਾਂ ਦੇ ਜਿਹੜੇ ਟੀਚੇ ਨੇ ਉਹ ਬਹੁਤ ਵੱਡੇ ਨੇ। ਇਹ UPSC ਕਲੀਅਰ ਕਰਨਾ ਚਾਹੁੰਦੇ ਨੇ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਟੈਸਟ ਦੇ ਕੇ ਉਸ ਤੋਂ ਬਾਅਦ ਕੋਈ IFS ਬਣਨਾ ਚਾਹੁੰਦਾ, IAS ਬਣਨਾ ਚਾਹੁੰਦਾ, IPS ਬਣਨਾ ਚਾਹੁੰਦਾ, ਸਾਇੰਟਿਸਟ ਬਣਨਾ ਚਾਹੁੰਦੇ ਨੇ, ਰਿਸਰਚਰਸ ਬਣਨਾ ਚਾਹੁੰਦੇ ਨੇ, ਪਾਇਲਟਸ ਬਣਨਾ ਚਾਹੁੰਦੇ ਨੇ। ਇਹ ਨਹੀਂ ਆ ਕਿ ਪੜ੍ਹ ਲਿਖ ਕੇ ਡਿਗਰੀਆਂ ਦਿਖਾ ਕੇ ਅਸੀਂ ਬਾਹਰ ਭੱਜ ਜਾਈਏ ਤੇ ਜਿਹੜਾ ਵੀ ਕੰਮ ਸਾਨੂੰ ਮਿਲੇ ਉਹ ਅਸੀਂ ਕਰ ਲਾਂਗੇ। ਕੰਮ ਤਾਂ ਖੈਰ ਕੋਈ ਮਾੜਾ ਨਹੀਂ ਹੁੰਦਾ, ਪਰ ਜਿਹੜੀ ਤੁਹਾਡੇ ਟੀਚੇ ਹੁੰਦੇ ਨੇ, ਤੁਹਾਡੇ ਆਬਜੈਕਟਿਵਸ ਹੁੰਦੇ ਨੇ, ਉਹ ਨਿਰਧਾਰਿਤ ਕਰਦੇ ਨੇ ਕਿ ਸਮਾਜ ਕਿਸ ਪਾਸੇ ਨੂੰ ਜਾਣਾ। ਸੈਂਟਰ ਫॉर द ਸਟੱਡੀ ਆਫ ਡਿਵੈਲਪਿੰਗ ਸੋਸਾਇਟੀ CSDS ਕਹਿੰਦੇ ਆ। ਇਹਨੇ ਬੀਤੇ ਕੱਲ ਇੱਕ ਸਰਵੇ ਕੀਤਾ, ਔਰ ਉਸ ਸਰਵੇਖਣ ਦੇ ਨਤੀਜੇ ਵੀ ਆਏ ਨੇ। 19 ਸਟੇਟਸ ਦੇ ਵਿੱਚ, 19 ਰਾਜਾਂ ਦੇ ਵਿੱਚ, ਸੂਬਿਆਂ ਦੇ ਵਿੱਚ, ਤੇ 71 ਲੋਕ ਸਭਾ ਸੀਟਾਂ ਤੇ ਇਹਨਾਂ ਨੇ ਸਰਵੇ ਕੀਤਾ। ਉਸ ਸਰਵੇ ਦੇ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਨੇ। ਇੱਕ ਤਾਂ ਗੱਲ ਉਹਨਾਂ ਨੇ ਇਹ ਕਹੀ ਆ ਕਿ ਭਾਰਤੀ ਜਨਤਾ ਪਾਰਟੀ, ਜਿਸ ਨੂੰ ਸਨ 2019 ਦੇ ਵਿੱਚ 37% 37% ਵੋਟਾਂ ਮਿਲੀਆਂ ਸੀ, ਹੁਣ ਜੇ ਅੱਜ ਦੀ ਤਰੀਕ ਦੇ ਵਿੱਚ ਵੋਟਾਂ ਪੈ ਜਾਣ ਤਾਂ ਉਹਨਾਂ ਨੂੰ 39% ਯਾਨੀ ਕਿ 2% ਵੋਟਾਂ ਵੱਧ ਪੈਣਗੀਆਂ। ਪਰ ਨਾਲ ਹੀ ਉਹ ਕਹਿੰਦੇ ਆ ਕਿ ਕਾਂਗਰਸ ਦਾ ਗ੍ਰਾਫ ਉਸ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ। 19% ਇਹਨਾਂ ਨੂੰ ਵੋਟਾਂ ਪਈਆਂ ਸੀ ਸਨ 2019 ਦੇ ਵਿੱਚ, ਤੇ ਹੁਣ ਜਦੋਂ ਵੋਟਾਂ ਪੈਣਗੀਆਂ ਜੇ ਅੱਜ ਦੀ ਤਰੀਕ ਦੇ ਵਿੱਚ, ਤੇ 29% ਵੋਟਾਂ ਕੱਲੀਆਂ ਕਾਂਗਰਸ ਨੂੰ ਪੈਣਗੀਆਂ। ਇਹ ਇਕੱਲੀ ਕਾਂਗਰਸ ਦੀ ਗੱਲ ਕਰ ਰਿਹਾ, ਯਾਨੀ ਕਿ 10% ਵੋਟਾਂ ਦੇ ਵਿੱਚ ਸਿੱਧਾ ਵਾਧਾ ਹੋਣ ਜਾ ਰਿਹਾ। ਇਹ CSDS ਦਾ ਸਰਵੇ ਕਹਿ ਰਿਹਾ। ਦੂਸਰੀ ਗੱਲ ਉਹ ਕੀ ਕਹਿੰਦੇ ਆ, ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਪੂਲੈਰਿਟੀ, ਉਹਨਾਂ ਦੀ ਲੋਕਪ੍ਰਿਯਤਾ ਦੇ ਵਿੱਚ 1% ਦੀ ਕਮੀ ਆਈ ਹੈ। ਪਹਿਲਾਂ 44% ਸੀ, ਹੁਣ 43% ਰਹਿ ਗਈ ਹੈ। ਜਦਕਿ ਰਾਹੁਲ ਗਾਂਧੀ ਦੀ ਜਿਹੜੀ ਪੋਪੂਲੈਰਿਟੀ ਆ ਉਹ 3%, ਯਾਨੀ ਕਿ 23% ਤੋਂ ਸਿੱਧੀ 27% ਤੱਕ ਵੱਧ ਚੁੱਕੀ ਹੈ। ਇਹ ਗੱਲ ਇਸ ਸਰਵੇ ਨੇ ਕਹੀ ਹੈ। ਦੂਸਰੀ ਗੱਲ ਉਹ ਕਹਿੰਦੇ ਨੇ ਕਿ ਅੱਜ ਵੀ ਭਾਰਤੀ ਜਨਤਾ ਪਾਰਟੀ 3 ਸੂਬਿਆਂ ਤੱਕ ਹੀ ਸੀਮਿਤ ਹੈ ਜਿੱਥੇ ਇਹਦਾ ਗੜ੍ਹ ਆ, ਜਿੱਥੇ ਇਹਨਾਂ ਨੂੰ ਵੱਧ ਤੋਂ ਵੱਧ ਸੀਟਾਂ ਆਉਣਗੀਆਂ। ਉਹ ਹੈ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਨਾਲ ਗੁਜਰਾਤ। ਲੇਕਿਨ ਬਾਕੀ ਸੂਬਿਆਂ ਦੇ ਵਿੱਚ ਇਹਨਾਂ ਦੀ ਸਥਿਤੀ ਬਹੁਤ ਡਾਵਾਂਡੋਲ ਆ। ਚਾਹੇ ਉਹ ਮੱਧ ਪ੍ਰਦੇਸ਼ ਲੈ ਲਓ, ਰਾਜਸਥਾਨ ਲੈ ਲਓ, ਛੱਤੀਸਗੜ੍ਹ ਲੈ ਲਓ, ਝਾਰਖੰਡ ਲੈ ਲਓ, ਕਰਨਾਟਕ ਦੇ ਵਿੱਚ ਚੋਣ ਹੋ ਕੇ ਹਟੀ ਹੈ। ਜਿੰਨੀਆਂ ਸਾਊਥ ਦੀਆਂ 5 ਸਟੇਟਸ ਆ ਉੱਥੇ ਵੀ ਸਥਿਤੀ ਕੋਈ ਜ਼ਿਆਦਾ ਵਧੀਆ ਨਹੀਂ ਹੈ। ਵੈਸਟ ਬੰਗਾਲ ਦੇ ਵਿੱਚ ਵੀ ਸਥਿਤੀ ਕੋਈ ਜ਼ਿਆਦਾ ਚੰਗੀ ਨਹੀਂ ਹੈ। ਪੰਜਾਬ 'ਚ ਤਾਂ ਹੈ ਹੀ ਨਹੀਂ, ਆਪਾਂ ਨੂੰ ਪਤਾ ਹੀ ਆ। ਹਰਿਆਣੇ ਦੇ ਵਿੱਚ ਵੀ ਸਥਿਤੀ ਭਾਰਤੀ ਜਨਤਾ ਪਾਰਟੀ ਦੀ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈ। ਹੋ ਸਕਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਉੱਥੇ ਵੀ ਇਹਨਾਂ ਦੀ ਹਾਲਤ ਕਾਫੀ ਪਤਲੀ ਹੋ ਜੇ। ਇਸ ਤਰ੍ਹਾਂ ਦੀਆਂ ਗੱਲਾਂ ਇਸ ਸਰਵੇ ਦੇ ਵਿੱਚ ਕਹੀਆਂ ਗਈਆਂ। ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਭਾਰਤੀ ਜਨਤਾ ਪਾਰਟੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ। 41% ਲੋਕਾਂ ਨੇ ਕਿਹਾ ਕਿ ਇਹ ਸਰਕਾਰ ਭ੍ਰਸ਼ਟ ਆ, ਪਰ 45% ਲੋਕਾਂ ਨੇ ਹਜੇ ਵੀ ਭਰੋਸਾ ਵੀ ਜਤਾਇਆ। ਸੋ ਕਈ ਤਰ੍ਹਾਂ ਦੇ ਇਹਦੇ ਮਿਕਸ ਰਿਜ਼ਲਟਸ ਨੇ, ਪਰ ਇਸ ਨੂੰ ਲੈ ਕੇ ਤੁਸੀਂ ਥੋੜ੍ਹਾ ਬਹੁਤਾ ਅੰਦਾਜ਼ਾ ਲਾ ਸਕਦੇ ਹੋ, ਕਿਉਂਕਿ 1 ਸਾਲ ਪਿਆ ਸਨ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ। ਕੀ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਦਾ ਉਭਾਰ ਹੋਊਗਾ ਜਾਂ ਗਿਰਾਵਟ ਆਊਗੀ, ਜਾਂ ਕਾਂਗਰਸ ਆਪਣੇ ਆਪ ਨੂੰ ਕਿੰਨਾ ਕੁ ਉਭਾਰ ਸਕਦੀ ਆ, ਇਹ ਤਾਂ ਖੈਰ ਸਮਾਂ ਹੀ ਦੱਸੂਗਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ। ਮੈਂ ਮਨਪ੍ਰੀਤ ਰੰਧਾਵਾ।